ਇਹਨਾਂ ਨੂੰ ਤਾਂ ਇੱਕ ਇਹ ਡਰ ਹੈ ਜੇ ਸਾਡੇ ਵਰਗਾ ਇਮਾਨਦਾਰ ਕੋਈ ਬੱਚਾ ਜਾਂ ਸਾਡੇ ਕੋਲ ਟੈਲੈਂਟਡ ਪਲੇਅਰ ਕੋਈ ਚੰਗੇ ਰੈਂਕ ਤੇ ਜਾਂਦਾ ਹੈ, ਜਿਹੜਿਆਂ ਇਹਨਾਂ ਦੇ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ, ਜਿਹੜੇ ਡਰੱਗ ਮਾਫੀਆ ਚੱਲ ਰਿਹਾ ਹੈ, ਰੇਤ ਮਾਫੀਆ ਚੱਲ ਰਿਹਾ, ਉਹ ਅਸੀਂ ਖਤਮ ਕਰ ਦਾਂਗੇ। ਮਨ ਵਿੱਚ ਖਿਆਲ ਆਉਂਦੇ ਨੇ ਯਾਰ ਤੂੰ ਸਭ ਕੁਝ ਛੱਡ, ਇੱਕ ਪੋਤਲੀ ਦੇ ਵਿੱਚ ਆਪਦੇ ਸਰਟੀਫਿਕੇਟ ਡਾਕੂਮੈਂਟ ਸਾਰੇ ਬੰਦ ਕਰਕੇ ਰੱਖ। ਪਹਿਲਾਂ ਮਨਪ੍ਰੀਤ ਸਿੰਘ ਬਾਦਲ ਜੀ ਆ ਗਏ, ਫਿਰ ਸਰੂਪਚੰਦ ਸਿੰਗਲਾ ਜੀ ਆ ਗਏ, ਹੁਣ ਹਰਸਿਮਰਤ ਕੌਰ ਬਾਦਲ ਜੀ ਦਾ ਗੇੜਾ ਵੱਜਣਾ ਹੈ। ਮਤਲਬ ਇਹਨਾਂ ਦੇ ਹੁਣ ਝੂਠੇ ਲਾਰੇ ਸ਼ੁਰੂ ਹੋ ਗਏ। ਫਿਰ ਜਦੋਂ ਸਰਕਾਰ ਬਣ ਜਾਂਦੀ ਉਦੋਂ ਭੁੱਲ ਜਾਂਦੇ, ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਪੈਰ ਫੜਨੇ, ਜਦੋਂ ਵੋਟਾਂ ਹੋ ਜਾਂਦੀਆਂ ਉਦੋਂ ਗੱਲ ਫੜਨੇ। ਘਰ ਦੇ ਵੀ ਹਾਰ ਚੁੱਕੇ। ਜਦੋਂ ਸਾਡੇ ਘਰ ਦੇ ਕੋਲ ਜੋ ਟੱਪਦੇ ਸੀ ਮਨਪ੍ਰੀਤ ਸਿੰਘ ਬਾਦਲ ਜੀ, ਹਮੇਸ਼ਾ ਇੱਕੋ ਹੀ ਗੱਲ ਕਹਿਣੀ ਉਹਨਾਂ ਨੇ, 1 ਮਹੀਨੇ ਦੇ ਅੰਦਰ ਅੰਦਰ ਘਰ ਦਾ ਹੂਲੀਆ ਤੇਰੀ ਜੋਬ ਤੇਰੇ ਹੱਥ 'ਚ ਹੋਊਗੀ। ਵੀ ਸੀਐਮ ਨੂੰ ਮਿਲ ਰਹੇ, ਐਮਪੀ ਸਿੰਘ ਨੂੰ ਮਿਲ ਰਹੇ, ਓਐਸਟੀ ਸਾਹਿਬ ਨੂੰ ਮਿਲ ਰਹੇ, ਇੱਕੋ ਗੱਲ ਹੈ। ਤੇ ਕਹਿੰਦੇ ਪਾਵਰ ਹੈ ਨਹੀਂ, 8ਵੀਂ ਪਾਸ ਪੀਣ ਦੇ ਪੋਸਟਾਂ ਨਿਕਲਦੇ, ਤੁਸੀਂ ਕੱਢ ਲਵਾਓ ਉਹਨਾਂ ਨੂੰ ਪੀਣ। ਡੀਜੀਪੀ ਸੁਰੇਸ਼ ਅਰੋੜਾ ਜੀ ਨਹੀਂ ਸੀ ਤੇ ਉਹਨਾਂ ਨਾਲ ਮੇਰੀ ਬਹੁਤ ਵਧੀਆ ਲਿੰਕ ਬਣੇ ਤੇ ਮੈਂ ਉਹਨਾਂ ਕੋਲ ਵੀ ਗਿਆ ਤਾਂ ਉਹਨਾਂ ਨੇ ਮੇਰੀ ਪੰਜਾਬ ਪੁਲਿਸ ਦੀ ਜਦੋਂ ਮੇਰੀ ਫਾਈਲ ਵਗੈਰਾ ਲਾਈ ਕਰੀ। ਤੁਸੀਂ ਪੁੱਛਿਆ ਕਿਸ ਤਰ੍ਹਾਂ ਲੱਗ ਜੂਗੀ ਇਹ ਗੱਲ ਤੁਹਾਡੀ ਹੋਈ ਮਨਪ੍ਰੀਤ ਸਿੰਘ ਬਾਦਲ ਨਾਲ? 150 ਭੇਜਿਆ ਮੈਂ ਉਹਨਾਂ ਨੂੰ ਦਿੱਤਾ। ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਕੁਨਾਰ ਬੇਟਾ ਤੇਰੇ ਮੈਂ ਸਾਰੀ ਚੀਜ਼ ਪੜ੍ਹ ਕੇ ਦੇਖ ਕੇ ਤੈਨੂੰ ਮੈਂ ਕੱਲ ਕਾਲ ਕਰੂੰਗਾ। ਅੱਜ ਉਸ ਚੀਜ਼ ਨੂੰ 1.5 ਮਹੀਨਾ ਹੋ ਗਿਆ। ਰਾਣਾ ਸੋਢੀ ਜੀ ਨੇ ਹੌਸਲਾ ਦਿੱਤਾ ਸੀਗਾ ਮੈਨੂੰ ਵੀ ਤੈਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਉਹਨਾਂ ਤੇ ਡਾਂਗਾ ਵੇਰੀਆਂ, ਮੈਨੂੰ ਬਹੁਤ ਬੇਸ਼ਰਮੀ ਵਾਲੀ ਗੱਲ ਹੈ ਇਹ। ਸਾਡੇ ਮੁਲਕ ਦੇ ਕਈ ਖਿਡਾਰੀ ਪਹਿਲਾਂ ਹੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਸੀ, ਪਰ ਦੈਂਤ ਰੂਪੀ ਕਰੋਨਾ ਦੇ ਆਉਣ ਤੋਂ ਬਾਅਦ ਖਿਡਾਰੀਆਂ ਦੀ ਹਾਲਤ ਹੋਰ ਤਰਸਯੋਗ ਜਿਹੜੀ ਹੈ ਹੋ ਗਈ ਹੈ। ਜੇਕਰ ਗੱਲ ਸੂਬੇ ਪੰਜਾਬ ਦੀ ਕੀਤੀ ਜਾਏ ਤਾਂ ਪੰਜਾਬ ਦੇ ਵਿੱਚ ਵੀ ਜਿਹੜੇ ਹਾਲਾਤ ਨੇ ਕੁਝ ਅਜਿਹੇ ਹੀ ਨੇ। ਖਿਡਾਰੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਨੇ, ਰੁਲ ਰਹੇ ਨੇ। ਘਰ ਰੋਜ਼ਗਾਰ ਦਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਕੀਤਾ ਗਿਆ ਸੀ, ਜਿਹੜਾ ਕਿ ਅਜੇ ਤੱਕ ਪੂਰਾ ਨਹੀਂ ਹੋਇਆ, ਕਿਉਂਕਿ ਕਿਤੇ ਨਾ ਕਿਤੇ ਪੰਜਾਬ ਸਰਕਾਰ ਆਪਣੇ ਕਲੇਸ਼ ਵਿੱਚ ਹੀ ਇਸ ਕਦਰ ਮਸ਼ਰੂਫ ਹੈ ਕਿ ਪੰਜਾਬ ਦੇ ਜਿਹੜੇ ਮੁੱਦੇ ਨੇ ਉਹਨਾਂ ਤੇ ਉਹਨਾਂ ਦਾ ਹਾਲ ਦੀ ਘੜੀ ਬਹੁਤਾ ਧਿਆਨ ਕਹਿ ਸਕਦੇ ਹਾਂ ਨਹੀਂ ਜਾ ਪਾ ਰਿਹਾ। ਸੋ ਤਰਾਜ਼ਦੀ ਇਹ ਹੈ, ਸਮੱਸਿਆ ਹੈ ਕਿ ਨੌਜਵਾਨ ਜਿਹੜਾ ਸਾਡਾ ਯੂਥ ਹੈ ਪੰਜਾਬ ਦਾ, ਦਰ-ਦਰ ਭਟਕ ਰਿਹਾ ਨੌਕਰੀ ਰੋਜ਼ਗਾਰ ਜਿਹੜਾ ਹੈ ਲੈਣ ਵਾਸਤੇ। ਸਰਕਾਰ ਵੱਲੋਂ ਸਤਾਏ ਹੋਏ ਇੱਕ ਅਜਿਹੇ ਯੂਥ ਦੇ ਨਾਲ, ਇੱਕ ਅਜਿਹੇ 23 ਸਾਲਾਂ ਦੇ ਨੌਜਵਾਨ ਨਾਲ ਤੁਹਾਨੂੰ ਅੱਜ ਮੈਂ ਰੂਬਰੂ ਕਰਾਉਣ ਜਾ ਰਹੀ ਹਾਂ, ਜਿਸਦਾ ਨਾਮ ਕੁਨਾਰ ਹੈ। ਜ਼ਿਲ੍ਹਾ ਬਠਿੰਡੇ ਤੋਂ ਹੈ ਕੁਨਾਰ, ਔਰ ਕੁਨਾਰ ਪਿਛਲੇ 4 ਸਾਲ ਹੋ ਗਏ ਨੇ ਸੀਐਮ ਸਾਹਿਬ ਦੇ ਕੋਲ ਜਾਂਦਾ ਹੈ, ਆਪਣੇ ਸਰਟੀਫਿਕੇਟ ਲੈ ਕੇ ਜਾ ਰਿਹਾ ਹੈ ਕਿ ਮੈਨੂੰ ਨੌਕਰੀ ਦਿੱਤੀ ਜਾਏ। ਔਰ ਖਾਸ ਗੱਲ ਕੁਨਾਰ ਦੀ ਇਹ ਹੈ ਕਿ ਕੁਨਾਰ ਨੇ ਹਲੇ ਤੱਕ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਖਿਡਾਰੀ ਤਾਂ ਹੈ ਹੀ ਹੈ, ਕਈ ਸੋਨ ਤਗਮੇ ਵੀ ਹਾਸਿਲ ਕੀਤੇ ਨੇ। ਔਰ ਕੁਨਾਰ ਦੀ ਜੇ ਮਨ ਦੀ ਅਵਸਥਾ ਦੀ ਗੱਲ ਕੀਤੀ ਜਾਏ ਤਾਂ ਕੁਨਾਰ ਕਹਿੰਦਾ ਹੈ ਕਿ ਜੇਕਰ ਮੈਨੂੰ ਨੌਕਰੀ ਨਹੀਂ ਦੇ ਸਕਦੇ, ਕਿਉਂਕਿ ਮੁਲਕ ਦਾ ਨਾਮ, ਪੰਜਾਬ ਦਾ ਨਾਮ ਚਮਕਾਉਣ ਦੇ ਲਈ ਉਸਨੇ ਕਾਫੀ ਮਿਹਨਤ ਕੀਤੀ ਔਰ ਚੰਗੇ ਮੈਡਲਸ ਹਾਸਿਲ ਕਰਨ ਤੋਂ ਬਾਅਦ ਵੀ ਅੱਜ ਉਹ ਦਰ-ਦਰ ਜਿਹੜਾ ਹੈ ਭਟਕ ਰਿਹਾ ਹੈ। ਕੁਨਾਰ ਦੀ ਮਨ ਦੀ ਅਵਸਥਾ ਇਹ ਹੈ ਕਿ ਕੁਨਾਰ ਕਹਿੰਦਾ ਮੇਰਾ ਜੀ ਕਰਦਾ ਨਹਿਰ ਜਾ ਕੇ ਮੈਂ ਜਿਹੜਾ ਛਾਲ ਮਾਰਦਾ ਜਾਂ ਸਰਟੀਫਿਕੇਟ ਕਿਸੇ ਸੇਲ ਤੇ ਲਗਾਦਾ। ਸੋ ਅੱਜ ਉਹੀ ਕੁਨਾਰ ਸਾਡੇ ਨਾਲ ਹੈ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਕੁਨਾਰ ਦਾ ਜਗਬਾਣੀ ਪੰਜਾਬ ਕੇਸਰੀ ਵੈਬ ਟੀਵੀ ਤੇ। ਵੈਲਕਮ ਕੁਨਾਰ। ਥੈਂਕ ਯੂ, ਬਹੁਤ ਧੰਨਵਾਦ ਤੁਹਾਡਾ। ਪਹਿਲਾਂ ਮੈਨੂੰ ਇਹ ਦੱਸੋ, ਸੀਐਮ ਸਾਹਿਬ ਨੂੰ ਜਿਸ ਤਰ੍ਹਾਂ ਤੁਸੀਂ ਮੈਨੂੰ ਦੱਸਿਆ ਕਿ ਮੈਨੂੰ 4 ਸਾਲ ਹੋ ਗਏ, ਸੀਐਮ ਸਾਹਿਬ ਨਾਲ ਮੁਲਾਕਾਤ ਹੋਈ ਹੈ, ਉਹਨਾਂ ਦੇ ਨਾਲ ਓਐਸਡੀ ਨਾਲ ਹੋਈ ਹੈ, ਕਿਹਦੇ ਨਾਲ ਹੋਈ ਤੇ ਕੀ ਗੱਲ ਹੋਈ, ਜਿਹੜੀ ਤੁਹਾਡੀ ਆਪਸ ਦੀ ਕਮਿਊਨੀਕੇਸ਼ਨ ਹੈ ਉਸ ਦੇ ਬਾਰੇ ਸਾਨੂੰ ਦੱਸੋ। ਦੇਖੋ ਜੀ, ਮੈਂ ਪਿਛਲੇ 4 ਸਾਲਾਂ ਤੋਂ ਮੈਂ ਸੀਐਮ ਸਾਹਿਬ ਨੂੰ ਦੀ ਜਗ੍ਹਾ ਮੈਂ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ, ਸਾਡੀ ਵਿਧਾਇਕ ਵੀ ਨੇ, ਐਮਐਲਏ ਵੀ ਨੇ ਬਠਿੰਡਾ ਸ਼ਹਿਰ ਦੇ, ਮੈਂ ਉਹਨਾਂ ਨੂੰ 2016 ਦੇ ਵਿੱਚ 2017 ਤੋਂ ਮੈਂ ਲੈਟਰ ਪਾਣੀ ਸ਼ੁਰੂ ਕਰਤੀ। ਉਸ ਤੋਂ ਬਾਅਦ ਮੈਂ ਜਦੋਂ ਉਹਨਾਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਤਾਂ ਮੈਂ ਸੀਐਮ ਸਾਹਿਬ ਨੂੰ ਲੈਟਰ ਪਾਉਣ ਲੱਗਿਆ, ਮੇਲ ਸੈਂਡ ਕੀਤੀ ਤੇ ਸੀਐਮ ਸਾਹਿਬ ਦੇ ਜੋ ਸੀਐਮ ਸਖਤੀ ਨਹੀਂ ਜਾਂਦੀ ਮੇਲ, ਮੈਂ ਸਮਝਦਾ, ਪਰ ਸੀਐਮ ਸਾਹਿਬ ਦੇ ਜੋ ਵਰਕਰ ਉੱਥੇ ਬੈਠੇ ਨੇ, ਜੋ EMPLOYE ਬੈਠੇ ਨੇ, ਉਹ ਹਮੇਸ਼ਾ ਇੱਕ ਰਿਪਲਾਈ ਲਿਖ ਕੇ ਭੇਜ ਰਹੇ ਨੇ ਸੀਐਮ ਸਾਹਿਬ ਵੱਲੋਂ ਕਿ ਤੁਹਾਡਾ ਕੰਮ ਹੋ ਰਹੀ, ਤੁਹਾਨੂੰ ਜੋਬ ਮਿਲ ਜੇਗੀ, ਠੀਕ ਹੈ ਨਹੀਂ, ਜਾਂ ਸਾਡੇ ਕੋਲ ਕੋਈ ਉਪਬੰਧ ਹੈ ਨਹੀਂ ਜੋਬ ਦਾ, ਜਾਂ ਅਸੀਂ ਕਿਸੇ ਨੂੰ ਜੋਬ ਦੇ ਨਹੀਂ ਸਕਦੇ। ਕਿਸੇ ਨਾਲ ਤੁਹਾਡੀ ਇਹ ਗੱਲਬਾਤ ਹੋਈ ਸੀਐਮ ਸਾਹਿਬ ਦੇ ਜਿਹੜੇ ਵਰਕਰਸ ਦੀ ਤੁਸੀਂ ਗੱਲ ਕਰ ਰਹੇ ਹੋ, ਕੌਣ ਸੀ ਉਹ ਵਰਕਰ? ਅੰਕਿਤ ਬਾਂਸਲ ਜੀ, ਐਮਪੀ ਸਿੰਘ ਜੀ, ਓਐਸਟੀ ਸਾਹਿਬ ਨੇ ਦੋਨੋਂ। तो मेन एमपी सिंह जी जो है अपने OST सीएम साहब ਦੇ ਮੇਨ ਨੇ। ਮੈਂ ਉਹਨਾਂ ਕੋਲੇ ਆ ਪਿਛਲੇ ਕੁਝ ਦਿਨ ਮੈਂ ਉਹਨਾਂ ਕੋਲੇ ਗਿਆ ਸੀ ਐਮਪੀ ਸਿੰਘ ਜੀ ਕੋਲੇ, ਤਾਂ ਐਮਪੀ ਸਿੰਘ ਜੀ ਨੂੰ ਕਿਹਾ ਮੈਂ ਕਿ ਜਿਹੜੀ ਮੇਰੀ ਉਪਲਬਧੀਆਂ, ਜਿਹੜੀ ਮੇਰੀ ਮਿਹਨਤ ਹੈ, ਮੈਂ ਉਹ ਇਹਦੇ ਉੱਤੇ ਥੋੜ੍ਹਾ ਜਿਹਾ ਗੌਰ ਕਰੋ,
ਥੋੜਾ ਗੌਰ ਕਰੋ, ਜਿਹੜੀ ਮੇਰੀ ਬਣਦੀ ਵਿੱਤੀ ਸਹਾਇਤਾ ਹੈ ਜਾਂ ਮੇਰੀ ਨੌਕਰੀ ਮੈਨੂੰ ਦੇ ਦਿਓ। ਸਿਰਫ ਇੰਨੀ ਗੱਲ। ਉਹਨਾਂ ਦਾ ਜਿਹੜਾ ਰਿਪਲਾਈ ਹੈ ਬੜਾ ਹੀ ਅਜੀਬ ਜਿਹਾ ਰਿਪਲਾਈ ਆਇਆ ਵੀ ਅਸੀਂ ਸਰਕਾਰ ਕਿਉਂ ਬਣਾਈ ਆ ਕਿ ਜਿਹੜੇ ਲੋਕਾਂ ਦੀਆਂ ਪ੍ਰੋਬਲਮਾਂ, ਜਿਹੜੀਆਂ ਚੰਗੇ ਚੰਗੇ ਖਿਡਾਰੀਆਂ ਦੀ ਪ੍ਰੋਬਲਮਾਂ ਨੂੰ ਸੋਲਵ ਕਰਨ ਲਈ, ਪੰਜਾਬ ਨੂੰ ਡਿਵੈਲਪ ਕਰਨ ਲਈ। ਉਹਨਾਂ ਦਾ ਰਿਪਲਾਈ ਕੀ ਹੈ ਵੀ ਸਾਡੇ ਕੋਲੇ ਪਾਵਰ ਹੈ ਨਹੀਂ, ਵੀ ਤੁਹਾਡੇ ਕੋਲ ਇੱਕ ਮੰਤਰੀ ਲੈਵਲ ਦਾ ਇੱਕ ਦਰਜਾ ਤੁਹਾਡੇ ਕੋਲੇ, ਵੀ ਤੁਹਾਡੇ ਕੋਲ ਪਾਵਰ ਹੈ ਨਹੀਂ ਤਾਂ ਪੰਜਾਬ ਦੇ ਕਿਸ ਕੋਲ ਪਾਵਰ ਹੈ ਨਹੀਂ। ਵੀ ਸੀਐਮ ਨੂੰ ਮਿਲ ਰਹੇ, ਐਮਪੀ ਸਿੰਘ ਨੂੰ ਮਿਲ ਰਹੇ, ਓਐਸਟੀ ਸਾਹਿਬ ਨੂੰ ਮਿਲ ਰਹੇ, ਇੱਕੋ ਗੱਲ ਹੈ। ਤਾਂ ਕਹਿੰਦੇ ਪਾਵਰ ਹੈ ਨਹੀਂ। ਬਾਹਰ ਹੈਂਡੀਕੈਪ ਜਿਹੜੇ ਜਵਾਕ ਚੰਗੇ ਚੰਗੇ ਖਿਡਾਰੀ ਬੈਠੇ ਨੇ, ਉਹਨਾਂ ਤੇ ਜਿਹੜੀਆਂ ਡਾਂਗਾ ਵਰਾਈਆਂ ਗਈਆਂ ਉੱਥੇ, ਤਾਂ ਮੈਂ ਉਹਨਾਂ ਤੇ ਪੁੱਟ ਕੀਤਾ। ਮੈਂ ਕਿਹਾ ਜੋ ਉਹਨਾਂ ਦੇ ਡਾਂਗਾ ਵਰਾਈਆਂ ਗਈਆਂ, ਉਹ ਕਹਿੰਦੇ ਕਿ ਮੈਨੂੰ ਰਿਪਲਾਈ ਕੀ ਕਰ ਰਹੇ ਨੇ ਵੀ ਕੋਈ 8ਵੀਂ ਪਾਸ ਹੈ, ਕੋਈ 10ਵੀਂ ਪਾਸ ਹੈ। ਯਾਰ ਮੈਂ ਸਭ ਗੱਲ ਸਮਝਦਾ ਵੀ 8ਵੀਂ ਪਾਸ ਹੈ, 10ਵੀਂ ਪਾਸ ਹੈ, ਤੁਸੀਂ ਪੋਸਟਾਂ ਕੱਢੋ। 8ਵੀਂ ਪਾਸ ਪੀਣ ਦੇ ਪੋਸਟਾਂ ਨਿਕਲਦੇ, ਤੁਸੀਂ ਕੱਢੋ, ਲਵਾਓ ਉਹਨਾਂ ਨੂੰ ਪੀਣ। ਜੇ ਤੁਹਾਡੇ ਕੋਲ ਪੋਲਿਸੀ ਹੈ ਨਹੀਂ, ਤੁਹਾਡੇ ਕੋਲ ਕੋਈ ਸਿਸਟਮ ਹੈ ਨਹੀਂ, ਤਾਂ ਸਿਸਟਮ ਬਣਾਓ। ਸਿਸਟਮ ਬਣਾਉਣਾ ਪੈਣਾ। ਅਸੀਂ ਜੇ ਤੁਹਾਨੂੰ ਵੋਟਾਂ ਪਾ ਕੇ ਅਸੀਂ ਸਰਕਾਰ ਬਣਾਈ ਆ, ਸਾਡੇ ਮਨਾਂ ਵਿੱਚ ਇਹ ਚੀਜ਼ ਹੁੰਦਾ ਹੈ ਕਿ ਨਵੇਂ ਕਾਨੂੰਨ ਲੈ ਕੇ ਆਊਗੀ ਸਰਕਾਰ, ਨਵਾਂ ਸਿਸਟਮ ਬਣਾਊਗੀ ਤੇ ਅਸੀਂ ਨਵੇਂ ਸਿਸਟਮ ਦੇ ਅਕੋਰਡਿੰਗ ਅਸੀਂ ਚੱਲਾਂਗੇ। ਅੱਛਾ, ਕੋਈ ਸਰਕਾਰੀ ਅਫਸਰ ਵੀ ਤੁਹਾਡੇ ਸੰਪਰਕ 'ਚ ਨੇ? ਤੁਸੀਂ ਦੋ ਨਾਮ ਤਾਂ ਦੱਸਦੇ ਕਿ ਤੁਹਾਡੀ ਐਮਪੀ ਸਿੰਘ ਜਾਂ ਅੰਕਿਤ ਬੰਸਲ ਦੇ ਨਾਲ ਜਿਹੜੇ ਓਐਸਡੀ ਨੇ ਸੀਐਮ ਸਾਹਿਬ ਦੇ, ਉਹਨਾਂ ਦੇ ਸੀਐਮ ਹਾਊਸ ਤੁਹਾਡੀ ਉਹਨਾਂ ਦੇ ਨਾਲ ਵਾਰਤਾਲਾਪ ਲਈ, ਕਮਿਊਨੀਕੇਸ਼ਨ ਲਈ ਕੋਈ ਸਰਕਾਰੀ ਅਫਸਰ ਵੀ ਤੁਹਾਡੇ ਸੰਪਰਕ 'ਚ ਨੇ? ਸਰਕਾਰੀ ਅਫਸਰ 2017 ਦੇ ਵਿੱਚ, 2017-18 ਦੇ ਵਿੱਚ ਡੀਜੀਪੀ ਸੁਰੇਸ਼ ਅਰੋੜਾ ਜੀ ਨਹੀਂ ਸੀ, ਤੇ ਉਹਨਾਂ ਨਾਲ ਮੇਰੀ ਬਹੁਤ ਵਧੀਆ ਲਿੰਕ ਬਣੇ ਤੇ ਮੈਂ ਉਹਨਾਂ ਕੋਲ ਵੀ ਗਿਆ। ਤਾਂ ਉਹਨਾਂ ਨੇ ਮੇਰੀ ਪੰਜਾਬ ਪੁਲਿਸ ਦੀ ਜਦੋਂ ਹੀ ਮੇਰੀ ਫਾਈਲ ਵਗੈਰਾ ਲਾਈ ਕਰੀ, ਤੇ ਉਸ ਤੋਂ ਬਾਅਦ ਜਦੋਂ ਡੀਜੀਪੀ ਸਾਹਿਬ ਚੇਂਜ ਹੋਏ, ਜੋ ਕੁਝ ਦਿਨਾਂ ਬਾਅਦ ਜੋ ਡੀਜੀਪੀ ਚੇਂਜ ਹੋਏ ਤਾਂ ਫਾਈਲ ਵਗੈਰਾ ਦੱਬੀ ਗਈ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਇੱਕ ਵਾਰ ਨਹੀਂ, ਦੋ ਵਾਰ ਨਹੀਂ, ਤਿੰਨ ਵਾਰ ਨਹੀਂ, ਚਾਰ ਵਾਰ, ਕਦੀ ਤਾਂ ਸਰਕਾਰ ਸੁਣੂਗੀ। ਉਸ ਤੋਂ ਬਾਅਦ ਮੈਂ ਮਨਪ੍ਰੀਤ ਸਿੰਘ ਬਾਦਲ ਜੀ ਨੂੰ ਮੈਂ ਨੋਰਮਲੀ ਮੈਂ ਫੋਨ ਤੇ ਵੀ ਇੱਕ ਦੋ ਵਾਰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਘਰੇ ਵੀ ਗਿਆ। ਪਰ ਉਹਨਾਂ ਦਾ ਜਦੋਂ ਸਾਡੇ ਘਰ ਦੇ ਕੋਲ ਜੋ ਟੱਪਦੇ ਸੀ ਮਨਪ੍ਰੀਤ ਸਿੰਘ ਬਾਦਲ ਜੀ, ਹਮੇਸ਼ਾ ਇੱਕੋ ਹੀ ਗੱਲ ਕਹਿਣੀ ਉਹਨਾਂ ਨੇ, 1 ਮਹੀਨੇ ਦੇ ਅੰਦਰ ਅੰਦਰ, 1 ਮਹੀਨੇ ਦੇ ਅੰਦਰ ਅੰਦਰ ਕਰਦਾ ਹੋਲੀਆ, ਤੇਰੀ ਜੋਬ ਤੇਰੇ ਹੱਥ 'ਚ ਹੋਊਗੀ। ਪਿਛਲੇ 4 ਸਾਲਾਂ ਤੋਂ ਹੀ ਉਹਨਾਂ ਦਾ। ਤੇ ਹੁਣ ਲੇਟੈਸਟ, ਕਿਉਂਕਿ ਇਹ ਮੇਰੇ ਖਿਆਲ ਤੁਸੀਂ 2016-17 ਦੀ ਗੱਲ ਦੱਸ ਰਹੇ ਹੋ ਜਦ ਮਨਪ੍ਰੀਤ ਸਿੰਘ ਬਾਦਲ ਨੇ ਤੁਹਾਨੂੰ ਕਿਹਾ। ਹੈ ਅੱਛਾ, ਵੀ ਤੁਹਾਡੀ 1 ਮਹੀਨੇ ਦੀ ਨੌਕਰੀ, ਤੁਸੀਂ ਪੁੱਛਿਆ ਕਿਸ ਤਰ੍ਹਾਂ ਲੱਗ ਜੂਗੀ, ਇਹ ਗੱਲ ਤੁਹਾਡੀ ਹੋਈ ਮਨਪ੍ਰੀਤ ਸਿੰਘ ਬਾਦਲ ਨਾਲ? ਮੈਂ ਬਹੁਤ ਵਾਰ ਕਿਹਾ, ਮੈਂ ਕਿਹਾ ਸਰ ਮੈਂ ਪਿਛਲੇ ਮਹੀਨੇ ਦੀ ਗੱਲ ਦੱਸਦਾ। ਪਿਛਲੇ ਮਹੀਨੇ ਮੈਂ ਮਨਪ੍ਰੀਤ ਸਾਹਿਬ ਜੀ ਨੂੰ ਮੈਂ 150 ਪੇਜਾਂ ਦਾ ਇੱਕ ਚਿੱਠਾ ਦਿੱਤਾ ਸੀਗਾ। ਉਹਦੇ ਵਿੱਚ ਮੇਰੇ ਸਰਟੀਫਿਕੇਟ ਵੀ ਸੀ ਤਾਂ ਹੋਰ ਕਈ ਚੀਜ਼ਾਂ ਸੀਗੀਆਂ। 150 ਪੇਜਾਂ ਮੈਂ ਉਹਨਾਂ ਨੂੰ ਦਿੱਤਾ। ਉਹਨਾਂ ਨੇ ਮੈਨੂੰ ਇੱਕ ਗੱਲ ਕਹੀ, ਕੁਨਾਰ ਬੇਟਾ ਤੇਰੇ ਮੈਂ ਸਾਰੀ ਚੀਜ਼ ਪੜ੍ਹ ਕੇ ਦੇਖ ਕੇ ਤੈਨੂੰ ਮੈਂ ਕੱਲ ਕਾਲ ਕਰੂੰਗਾ। ਅੱਜ ਉਸ ਚੀਜ਼ ਨੂੰ 1.5 ਮਹੀਨਾ ਹੋ ਗਿਆ, ਉਹਨਾਂ ਦੀ ਕਾਲ ਨਹੀਂ ਆਈ ਕੋਈ। ਤੁਸੀਂ ਕੋਈ ਜੌਬ ਅਪਲਾਈ ਕੀਤੀ ਹੈ ਕਿਤੇ ਵੀ? ਕਿਸੇ ਨੇ ਕਿਹਾ ਹੋਇਆ ਕਿ ਤੁਸੀਂ ਇਹ ਆਹ ਵਾਲੀਆਂ ਅਪਲਾਈ ਕਰ ਦਿਓ ਜਾਂ ਕੁਛ ਹੈ? ਮੈਂ ਜੋਬ ਵੀ ਬਹੁਤ ਅਪਲਾਈ ਕੀਤੀ। ਕਿੱਥੇ ਕਿੱਥੇ ਕੀਤੀ ਹੈ? ਮੈਂ ਹੁਣ ਆਪਣੇ ਪੋਸਟ ਆਫਿਸ 'ਚ ਆਪਣੇ ਪੀਐਨ ਦੀਆਂ ਪੋਸਟਾਂ ਨਿਕਲੀਆਂ ਸੀਗੀਆਂ, ਮੈਂ ਉਹ ਵੀ ਅਪਲਾਈ ਕਰਤੀਆਂ। ਹੋਮਗਾਰਡ ਦੀਆਂ ਨਿਕਲਣੀਆਂ, ਮੈਨੂੰ ਦਰਖਾਸਤ ਵੀ ਪਾਈ ਸੀ ਵੀ ਪੰਜਾਬ ਵਿੱਚ ਜਿਹੜੇ ਟੈਲੈਂਟਡ ਪਲੇਅਰ ਪਏ ਆ ਵੀ ਤੁਸੀਂ 10ਵੀਂ ਪਾਸ ਨੂੰ ਹੋਮਗਾਰਡ ਲਵਾ ਦਿਓ। ਬਹੁਤ ਵੱਡੀ ਗੱਲ ਹੈ, ਤੁਸੀਂ ਹੋਮਗਾਰਡ ਲਵਾ ਦੋਗੇ, ਕੱਲ ਨੂੰ ਉਹ ਸਾਲ ਨੂੰ 2 ਸਾਲ 3 ਸਾਲ ਨੂੰ ਅਗਲੇ ਡੀਐਸਪੀ ਬਣੇ ਹੋਣਗੇ ਰੈਂਕ ਦੇ। ਤੁਸੀਂ ਮਨਪ੍ਰੀਤ ਸਿੰਘ ਬਾਦਲ, ਅੰਕਿਤ ਬੰਸਲ, ਐਮਪੀ ਸਿੰਘ ਤੋਂ ਇਲਾਵਾ ਵੀ ਕਿਸੇ ਦੇ ਸੰਪਰਕ 'ਚ ਸੀਗੇ? ਮੈਂ ਕਿਸੇ ਦੇ ਨਾਲ ਗੱਲਬਾਤ ਚੱਲ ਰਹੀ ਹੈ? ਸੁਰੇਸ਼ ਅਰੋੜਾ ਦਾ ਵੀ ਤੁਸੀਂ 4 ਜਣਿਆਂ ਦਾ ਜ਼ਿਕਰ ਕਰ ਚੁੱਕੇ ਹੋ, ਕੋਈ ਹੋਰ ਵੀ ਤੁਹਾਡੇ ਕੰਟੈਕਟ ਦੇ ਵਿੱਚ ਸੀਗੇ? ਮੈਂ ਸੋਢੀ ਸਾਹਿਬ ਜੀ, ਖੇਡ ਮੰਤਰੀ ਸਾਹਿਬ ਕੋਲ ਗਿਆ, ਰਾਣਾ ਸੋਢੀ ਜੀ, ਉਹਨਾਂ ਕੋਲ ਗਿਆ। ਤੇ ਉਹ ਮੈਨੂੰ ਜਦੋਂ ਪਤਾ ਹੈ ਵੀ ਇੱਕ ਡਿਪਾਰਟਮੈਂਟ ਨੇ ਆਲਰੇਡੀ ਮੇਲ ਭੇਜ ਚੁੱਕੀ ਵੀ ਸਪੋਰਟ ਡਿਪਾਰਟਮੈਂਟ ਖੁਦ ਕਹਿ ਰਿਹਾ ਹੈ ਵੀ ਸਾਡੇ ਕੋਲ ਉਪਬੰਧ ਨਹੀਂ ਆ, ਅਸੀਂ ਦੇ ਨਹੀਂ ਸਕਦੇ। ਜਦੋਂ ਉਹਨਾਂ ਕੋਲ ਪਾਵਰ ਨਹੀਂ, ਫਿਰ ਸੋਢੀ ਸਾਹਿਬ ਜੀ ਫਿਰ ਉਹਨਾਂ ਕੋਲੇ ਭੇਜ ਰਹੇ ਆ ਫਾਈਲ ਵੀ ਤੁਸੀਂ ਇਹਨੂੰ ਜੋਬ ਦਿਓ। ਜਦੋਂ ਨਹੀਂ, ਰਾਣਾ ਸੋਢੀ ਦੇ ਨਾਲ ਤੁਹਾਡੀ, ਕਿਉਂਕਿ ਖੇਡ ਮੰਤਰੀ ਆ ਪੰਜਾਬ ਦੇ, ਤੇ ਯੂਥ ਵੀ ਉਹੀ ਦੇਖ ਰਹੇ ਨੇ ਰਾਣਾ ਸੋਢੀ ਜੀ ਨੇ ਹੌਸਲਾ ਦਿੱਤਾ ਸੀਗਾ ਮੈਨੂੰ ਵੀ ਤੈਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ। ਕਦੋਂ ਦਿੱਤਾ ਸੀ ਇਹ ਹੌਸਲਾ? ਇਹ ਅੱਜ ਤੋਂ 2 ਮਹੀਨੇ ਪਹਿਲਾਂ ਦੀ ਗੱਲ ਹੈ। ਉਹਨਾਂ ਨੇ ਹੌਸਲਾ ਦਿੱਤਾ ਵੀ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ, ਕੋਈ ਵੀ ਟੈਨਸ਼ਨ ਦੀ ਜ਼ਰੂਰਤ ਨਹੀਂ, ਤੇਰੀ ਗੱਲ ਸੁਣੀ ਜਾਊਗੀ। ਪਰ ਜਦੋਂ ਲੈਟਰ ਲੱਗਦਾ ਉਦੋਂ ਨਾ ਦੀ ਰੁਕਦਾ ਕਿਉਂ ਹੈ? ਜੇ ਸਹੂਲਤਾਂ ਦਿੱਤੀਆਂ ਜਾਣਗੀਆਂ ਫਿਰ ਦਿੱਕਤਾਂ ਕੀ ਆਉਂਦੀ? ਦੇਖੋ ਇਹਨਾਂ ਨੂੰ ਤਾਂ ਇੱਕ ਇਹ ਡਰ ਹੈ, ਜੇ ਸਾਡੇ ਵਰਗਾ ਇਮਾਨਦਾਰ ਕੋਈ ਬੱਚਾ ਜਾਂ ਸਾਡੇ ਕੋਲ ਟੈਲੈਂਟਡ ਪਲੇਅਰ ਕੋਈ ਚੰਗੇ ਰੈਂਕ ਤੇ ਜਾਂਦਾ ਹੈ, ਜਿਹੜੇ ਇਹਨਾਂ ਦੇ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ, ਜਿਹੜੇ ਡਰੱਗ ਮਾਫੀਆ ਚੱਲ ਰਿਹਾ, ਰੇਤ ਮਾਫੀਆ ਚੱਲ ਰਿਹਾ, ਉਹ ਅਸੀਂ ਖਤਮ ਕਰ ਦਾਂਗੇ। ਇਹਨਾਂ ਨੂੰ ਇਹ ਡਰ ਹੈ ਵੀ ਉੱਥੋਂ ਪੈਸਾ ਆਉਣਾ ਬੰਦ ਹੋ ਜੂ, ਜਾਂ ਜਿਹੜੀ ਬਿਜਲੀ ਆਪਣੀ ਹੋਰ ਜਿਹੜੀ ਸਟੇਟਾਂ ਵਿੱਚ ਸਪਲਾਈ ਹੋ ਰਹੀ ਹੈ ਤੇ ਆਪਾਂ ਨੂੰ ਮਹਿੰਗੀ ਪੈ ਰਹੀ ਹੈ, ਜਾਂ ਉਹ ਚੀਜ਼ਾਂ ਅਸੀਂ ਸਾਰੇ ਦੇਖ ਕੇ ਰੂਲ ਰੈਗੂਲੇਸ਼ਨ ਦੇਖ ਕੇ ਬੰਦ ਕਰਾਂਗੇ ਉਹ ਸਿਸਟਮ। ਇਹਨਾਂ ਨੂੰ ਇਹ ਡਰ ਹੈ ਕਿ ਸਾਡੇ ਵਰਗੇ ਜਿਹੜੇ, ਮੈਂ ਨਹੀਂ, ਮੇਰੇ ਪਿੱਛੇ ਘੱਟੋ ਘੱਟ ਹਜ਼ਾਰਾਂ ਦੀ ਗਿਣਤੀ 'ਚ ਟੈਲੈਂਟਡ ਬੱਚੇ ਬੈਠੇ ਆ,
ਮੈਂ ਥੋੜਾ ਜਿਹਾ ਆਪਣੇ ਦਰਸ਼ਕਾਂ ਨੂੰ ਵੀ ਦਿਖਾਣਾ ਚਾਹੂੰਗੀ ਕੁਝ ਕੁ ਸਰਟੀਫਿਕੇਟ ਮੇਰੇ ਹੱਥ 'ਚ ਨੇ। ਕੁਨਾਲ ਹਲੇ ਪੂਰੀ ਫਾਈਲ, ਕੁਨਾਲ ਕੋਲ ਇੰਨੀ ਵੱਡੀ ਫਾਈਲ ਸੀਗੀ, ਉਹ ਵੀ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ। ਇਹ ਕੁਨਾਲ ਦਾ ਜਿਹੜਾ ਸਰਟੀਫਿਕੇਟ ਹੈ ਕ੍ਰਿਕਟ ਦੇ ਵਿੱਚ, ਜਿਹੜਾ ਇਹਨਾਂ ਨੇ ਅੰਡਰ 22 ਨੈਸ਼ਨਲ ਖੇਡਿਆ ਹੈ, ਉਹਦੇ 'ਚ ਪਹਿਲਾ ਖਿਤਾਬ ਹਾਸਲ ਕੀਤਾ ਹੈ। ਔਰ 3rd ਸਟੂਡੈਂਟਸ ਓਲੰਪਿਕ ਇੰਟਰਨੈਸ਼ਨਲ ਗੇਮਸ ਦੇ ਵਿੱਚ ਵੀ ਲੌਂਗ ਜੰਪ, ਐਥਲੈਟਿਕ ਦੇ ਵਿੱਚ ਲੌਂਗ ਜੰਪ ਦੇ ਵਿੱਚ ਵੀ ਪਹਿਲਾ ਸਥਾਨ 골ਡ ਮੈਡਲ ਹਾਸਲ ਕੀਤਾ ਹੈ। ਮੈਂ ਦਰਸ਼ਕਾਂ ਨੂੰ ਜ਼ਰੂਰ ਦਿਖਾਣਾ ਚਾਹੂੰਗੀ। 2nd ਓਪਨ ਇੰਟਰਨੈਸ਼ਨਲ ਟਾਈਕਵਾਂਡੋ ਚੈਂਪੀਅਨਸ਼ਿਪ 2018, ਉਹਦੇ ਵਿੱਚ ਵੀ ਪਹਿਲਾ ਸਥਾਨ ਕੁਨਾਰ ਨੇ ਹਾਸਲ ਕੀਤਾ। ਇੱਕ ਹੋਰ ਸਰਟੀਫਿਕੇਟ ਜਿਹੜਾ ਮੇਰੇ ਹੱਥ 'ਚ ਹੈ ਉਹ ਹੈਗਾ ਇੰਟਰਨੈਸ਼ਨਲ ਮਾਰਸ਼ਲ ਆਰਟਸ ਐਂਡ ਟਾਈਕਵਾਂਡੋ ਗੇਮਸ 2017, ਇਸ ਦੇ ਵਿੱਚ ਵੀ ਕੁਨਾਰ ਦਾ ਪਹਿਲਾ ਸਥਾਨ ਰਿਹਾ। ਇਹ ਸਾਰੇ ਮੈਂ ਪਹਿਲੇ ਸਥਾਨ 골ਡ ਮੈਡਲ ਜਿਨ੍ਹਾਂ ਦੇ ਵਿੱਚ ਇਹ ਵੀ ਟਾਈਕਵਾਂਡੋ ਦਾ ਹੈ। ਸੋ ਕੁੱਲ ਮਿਲਾ ਕੇ ਕੁਨਾਰ, ਜਿੰਨਾ ਕੁ ਮੈਂ ਸਮਝ ਰਹੀ ਹਾਂ, ਤੁਸੀਂ ਜਿਹੜੀਆਂ ਖੇਡਾਂ ਖੇਡਦੇ ਸੀ ਟਾਈਕਵਾਂਡੋ, ਲੌਂਗ ਜੰਪ ਅਤੇ ਕ੍ਰਿਕਟ, ਇਹ ਤਿੰਨ ਹੀ ਸਪੋਰਟਸ ਕਰਦੇ ਰਹੇ। ਉਸ ਤੋਂ ਇਲਾਵਾ ਆ ਕੁਝ ਚਿੱਠੀਆਂ ਨੇ ਮੇਰੇ ਕੋਲ ਜਿਹੜੀਆਂ ਕੁਨਾਰ ਨੇ ਮੇਰੇ ਨਾਲ ਸਾਂਝੀਆਂ ਕੀਤੀਆਂ, ਤੇ ਅਸੀਂ ਆਪਣੇ ਦਰਸ਼ਕਾਂ ਨੂੰ ਵੀ ਦਿਖਾਣਾ ਚਾਹੂੰਗੇ। ਇਹ ਚਿੱਠੀ ਮੁੱਖ ਮੰਤਰੀ ਪੰਜਾਬ ਨੂੰ ਲਿਖੀ ਗਈ ਹੈ ਕਿ ਵਾਅਦਿਆਂ ਅਨੁਸਾਰ ਸਰਕਾਰ ਵੱਲੋਂ ਖੇਡਾਂ ਅਤੇ ਹੋਰ ਉਪਲਬਧੀਆਂ ਦੇਖਦੇ ਹੋਏ ਕਿਸੇ ਵੀ ਵਿਭਾਗ ਦੇ ਵਿੱਚ ਨੌਕਰੀ ਦੇਣ ਦੀ ਅਤੇ ਮਦਦ ਕਰਨ ਦੀ ਮੰਗ ਕੁਨਾਰ ਵੱਲੋਂ ਕੀਤੀ ਗਈ ਹੈ। ਡਾਇਰੈਕਟਰ ਸਪੋਰਟਸ ਪੰਜਾਬ ਨੂੰ ਵੀ ਕੁਨਾਰ ਵੱਲੋਂ ਲਿਖਿਆ ਗਿਆ ਹੈ ਕਿ ਆ ਮੇਰੇ ਸਰਟੀਫਿਕੇਟ ਨੇ, ਆ ਚੀਜ਼ਾਂ ਮੈਂ ਅਚੀਵ ਕੀਤੀਆਂ, ਮੇਰੇ ਗੋਲਸ ਨੇ, ਅਚੀਵਮੈਂਟਸ ਨੇ, ਤੇ ਪਲੀਜ਼ ਮੈਨੂੰ ਉਹਨਾਂ ਦੇ ਆਧਾਰ ਤੇ ਨੌਕਰੀ ਦਿੱਤੀ ਜਾਏ। ਇਹ ਸਾਰਾ ਡਿਫਾਈਨ ਕਰਦਾ ਹੈ ਇਹ ਪੇਜ ਵੀ ਕਿਹਨਾਂ ਦੇ ਨਾਲ ਇਹ ਪਿਛਲੇ 4 ਸਾਲਾਂ 'ਚ ਇਹਨਾਂ ਦਾ ਸੰਪਰਕ ਹੋਇਆ। ਇਹ ਫਿਰ ਪੰਜਾਬ ਸਟੇਟ ਸਪੋਰਟਸ ਕੌਂਸਲ ਨੂੰ ਵੀ ਲਿਖਿਆ ਗਿਆ ਹੈ। ਜਿਸ ਤਰ੍ਹਾਂ ਕੁਨਾਰ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ ਇਸ ਨੌਕਰੀ ਨੂੰ ਲੈਣ ਦੇ ਲਈ, ਮੈਂ ਸਮਝ ਸਕਦੀ ਹਾਂ ਤੁਹਾਡੀ ਮਨ ਦੀ ਅਵਸਥਾ ਕੀ ਹੋਏਗੀ, ਲੇਕਿਨ ਤੁਸੀਂ ਇਸ ਵੇਲੇ ਕਿਹੜੀ ਗੱਲ, ਆਪਣੀ ਮਨ ਦੀ ਕਿਹੜੀ ਅਵਸਥਾ, ਜਿਸ ਸਟੇਟ ਆਫ ਮਾਈਂਡ ਦੇ ਵਿੱਚ ਹੋ, ਤੁਸੀਂ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੁੰਦੇ ਹੋਗੇ? ਕੀ ਮਹਿਸੂਸ ਕਰ ਰਹੇ ਹੋ? ਮੈਂ ਇਸ ਟਾਈਮ ਇਹ ਮਹਿਸੂਸ ਕਰ ਰਿਹਾ ਕਿ ਦੇਖੋ, ਸਰਕਾਰਾਂ ਆਉਂਦੀਆਂ ਰਹਿਣਗੀਆਂ, ਜਾਂਦੀਆਂ ਰਹਿਣਗੀਆਂ, ਮੈਨੂੰ ਪ੍ਰੋਬਲਮ ਨਹੀਂ। ਸਰਕਾਰਾਂ ਆਉਂਦੀਆਂ ਰਹਿਣਗੀਆਂ, ਜਾਂਦੇ ਨੇ। ਸਾਡੇ ਮੇਰੇ ਵਰਗੇ ਹੋਰ ਵੀ ਕਈ ਸਪੋਰਟਸਮੈਨ ਆ, ਉਹ ਵੀ ਇਹ ਸੋਚਦੇ ਆ ਸਰਕਾਰਾਂ ਆਉਂਦੀਆਂ ਰਹਿਣਗੀਆਂ, ਜਾਂਦੀਆਂ ਰਹਿਣਗੀਆਂ, ਪਰ ਆਪਣੇ ਦੇਸ਼ ਦਾ ਨਾਮ ਸੋਨੇ ਦੀ ਚਿੜੀ ਹੈ ਤਾਂ ਸੋਨੇ ਦੀ ਚਿੜੀਆ ਬਣਾ ਕੇ ਰੱਖੋ। ਜੇ ਦੇਸ਼ ਦਾ 골ਡ ਹੈ ਤਾਂ 골ਡ ਹੀ ਲੈ ਕੇ ਆਉਣਾ ਹੈ, ਡਾਊਨ ਨਹੀਂ ਹੋਣਾ। ਕੋਈ ਚੱਕਰ ਨਹੀਂ। ਸਰਕਾਰਾਂ ਨੂੰ ਜਦੋਂ ਪਤਾ ਹੀ ਆ। ਫਿਰ ਤੁਸੀਂ ਆਹ ਗੱਲ ਕਿਉਂ ਕਹੀ ਕਿ ਮੇਰਾ ਜੀ ਨਹਿਰ ਕੋਲ ਜਾ ਕੇ ਛਾਲ ਮਾਰਨ ਨੂੰ ਕਰਦਾ? ਵੈਸੇ ਤਾਂ ਮੈਂ ਇਹ ਨਹੀਂ ਕਹਿ ਰਹੀ, ਪੋਜ਼ਿਟਿਵ ਰਹਿਣਾ ਬਹੁਤ ਚੰਗੀ ਗੱਲ ਹੈ। ਉਦਾਂ ਦੇ ਖਿਆਲ ਕਿਉਂ ਤੁਹਾਡੇ ਮਨ 'ਚ ਆ ਰਹੇ? ਉਦਾਂ ਦੇ ਖਿਆਲ ਤਾਂ ਆਉਂਦੇ ਨੇ ਜਦੋਂ ਐਟੋ ਟਾਈਮ ਤੇ ਕੋਈ ਚੇਂਜਸ ਹੋ ਜਾਏ ਨਾ। ਜਦੋਂ ਹੁਣ ਜਿਵੇਂ ਮੈਂ ਡਾਇਰੈਕਟਰ ਸਾਹਿਬ ਦੀ ਗੱਲ ਕਰਾਂ, ਡਾਇਰੈਕਟਰ ਸਾਹਿਬ ਨੇ ਕਿਹਾ ਸੀ ਮੈਨ ਓਲੰਪਿਕ ਦੇ ਵਿੱਚ ਤੇਰਾ ਮੈਂ ਹਿੱਲਾ ਕਰ ਰਿਹਾ, ਮੈਨ ਓਲੰਪਿਕ ਦੇ ਵਿੱਚ ਤੈਨੂੰ ਭੇਜ ਰਿਹਾ। ਤਾਂ ਹੁਣ ਜਦੋਂ ਮੈਨ ਓਲੰਪਿਕ ਦੀ ਜਦੋਂ ਲਿਸਟ ਆਉਂਦੀ ਹੈ, ਜਦੋਂ ਵਾਅਦੇ ਅਨੁਸਾਰ ਇੱਕੋਦਮ ਚੇਂਜਸ ਹੋ ਰਹੇ ਆ, ਤਾਂ ਫਿਰ ਉਦੋਂ ਕਈ ਵਾਰ ਮਨ ਵਿੱਚ ਖਿਆਲ ਨੇ। ਪਰ ਫਿਰ ਵੀ ਮੈਂ ਕੀ ਖਿਆਲ ਆਉਂਦੇ ਨੇ ਮਨ ਵਿੱਚ? ਖਿਆਲ ਆਉਂਦੇ ਨੇ ਯਾਰ ਤੂੰ ਸਭ ਕੁਝ ਛੱਡ, ਇੱਕ ਪੋਤਲੀ ਦੇ ਵਿੱਚ ਆਪਦੇ ਸਰਟੀਫਿਕੇਟ, ਡਾਕੂਮੈਂਟ ਸਾਰੇ ਬੰਦ ਕਰਕੇ ਰੱਖਦੇ, ਆਪਦੇ ਮੈਡਲ, ਜਿਹੜੀਆਂ ਸ਼ੀਲਡ ਹੈ ਇੱਕ ਕੋਨੇ ਤੇ ਰੱਖਦੇ, ਆਪਦੀ ਇੱਕ ਦਿਹਾੜੀ ਜਦ ਸ਼ੁਰੂ ਕਰਦੇ ਬਸ ਤੂੰ ਆਪਦੀ। ਜਾਂ ਤੂੰ ਐਂ ਕਰ ਵੀ ਕਿਤੇ ਸਬਜ਼ੀ ਦੀ ਰੇਹੜੀ ਲਾ ਲਾ। ਇਹ ਜਿਹੇ ਖਿਆਲ ਆਉਂਦੇ ਮਨ ਵਿੱਚ ਕਿ ਸਰਕਾਰਾਂ ਤੋਂ ਅਸੀਂ ਹਾਰ ਗਏ, ਸਰਕਾਰਾਂ ਨੂੰ ਵੀ ਸਿਰਫ ਅਸੀਂ, ਸਾਡੀਆਂ ਨਿੱਕੀਆਂ ਖੁਸ਼ੀਆਂ, ਸਪੋਰਟਸਮੈਨਾਂ ਦੀਆਂ ਨਿੱਕੀਆਂ ਖੁਸ਼ੀਆਂ ਕੀ ਹੁੰਦੀ ਹੈ ਕਿ ਸਾਡਾ ਮਨ ਵਿੱਚ ਐਂ ਹੁੰਦਾ। ਅੱਜ ਮੇਰੇ ਨਾਲ ਦੇ ਜਿਹੜੇ ਖੇਡੇ ਹੋਏ ਸ਼੍ਰੀਲੰਕਾ ਤੋਂ ਆਏ ਆ ਬੱਚੇ, ਇੰਟਰਨੈਸ਼ਨਲ ਖੇਡੇ ਹੋਏ ਆ, ਕੋਈ DSP ਹੈ ਜੀ, ਕੋਈ ਸਬ ਇੰਸਪੈਕਟਰ ਹੈ। ਕਿਉਂ ਹੈ? ਕਿਉਂਕਿ ਉਹਨਾਂ ਦੀ ਸਟੇਟ ਸੁਣ ਰਹੀ ਹੈ। ਪੰਜਾਬ ਸਰਕਾਰ ਦੇ ਵਿੱਚ ਪਹਿਲੀ ਵਾਰ ਇੱਕ ਸਪੋਰਟਸਮੈਨਾਂ ਉੱਤੇ ਡਾਂਗਾ ਫਿਰੀਆਂ, ਪਹਿਲੀ ਵਾਰ ਵੀ ਹੈਂਡੀਕੈਪ ਜਵਾਕਾਂ ਉੱਤੇ। ਅਸੀਂ ਤਾਂ ਹੈਂਡੀਕੈਪ ਦੀਆਂ ਮਦਦ ਕਰਦੇ ਹਾਂ ਵੀ ਚਲੋ ਹੈਂਡੀਕੈਪ ਨਹੀਂ, ਹੈਂਡੀਕੈਪ ਦੀ ਮਦਦ ਕਰੀਏ, ਉਹਨੂੰ ਉੱਚੇ ਲੈਵਲ ਤੱਕ ਲੈ ਕੇ ਜਾਈਏ, ਪਰ ਉਹਨਾਂ ਤੇ ਡਾਂਗਾ ਫੇਰ ਰਹੀਆਂ। ਮੈਨੂੰ ਬਹੁਤ ਬੇਸ਼ਰਮੀ ਵਾਲੀ ਗੱਲ ਹੈ ਇਹ ਪੰਜਾਬ ਸਰਕਾਰ। ਅੱਛਾ, ਤੁਸੀਂ ਹੁਣ ਕੀ ਪ੍ਰੈਕਟਿਸ ਆਪਣੀ ਕੰਟੀਨਿਊ ਕਰ ਰਹੇ ਹੋ, ਟੂਰਨਾਮੈਂਟਸ? ਕਿਉਂਕਿ ਹੁਣ ਵਿੱਚ ਕੋਵਿਡ ਦਾ ਸਮਾਂ ਸੀਗਾ, ਸਾਰਿਆਂ ਨੂੰ ਪਤਾ ਕਿ ਕੋਵਿਡ ਨੇ ਕਿੰਨਾ ਇਫੈਕਟ ਕੀਤਾ ਸਪੋਰਟਸ ਸੈਕਟਰ ਤੇ, ਟ੍ਰੇਨਿੰਗ ਕਿੰਨੀ ਇਫੈਕਟ ਹੋਈ ਕਿਸੇ ਵੀ ਖਿਡਾਰੀ ਦੀ ਜੇ ਗੱਲ ਕੀਤੀ ਜਾਏ, ਓਵਰਆਲ ਟੂਰਨਾਮੈਂਟਸ ਜਿਹੜੇ ਇਫੈਕਟ ਹੋਏ, ਬੜੀਆਂ ਸਾਰੀਆਂ ਚੀਜ਼ਾਂ ਇਨਵੋਲਵ ਹੈ, ਰੈਵਨਿਊ, ਐਵਰੀਥਿੰਗ ਹੈ ਨਾ, ਸਾਰਾ ਕੁਛ ਹੀ ਇਫੈਕਟ ਹੋਇਆ। ਸਪੋਰਟਸ ਪਰਸਨ ਦੀ ਜੇ ਇੰਡੀਵਿਜੂਅਲੀ ਗੱਲ ਕੀਤੀ ਜਾਏ ਤਾਂ ਟ੍ਰੇਨਿੰਗ ਤੇ ਸਭ ਤੋਂ ਵੱਡਾ ਇਫੈਕਟ ਟ੍ਰੇਨਿੰਗ ਹੁੰਦੀ ਹੈ, ਕਿਉਂਕਿ ਉਹੀ ਟ੍ਰੇਨਿੰਗ ਦੀ ਪ੍ਰੈਕਟਿਸ ਨੇ ਉਹਨੂੰ ਅੱਗੇ ਕਿਸੇ ਮੁਕਾਮ ਤੇ ਲੈ ਕੇ ਜਾਣਾ ਹੈ। ਸੋ ਤੁਹਾਡੇ ਕੀ ਚੱਲ ਰਹੀ ਹੈ, ਕਿਉਂਕਿ ਕੋਵਿਡ ਵਿੱਚ ਜਿਹੜਾ ਉਹਨੇ ਕਾਫੀ ਖਰਾਬ ਕੀਤਾ ਕੰਮ? ਜੇ ਕੋਵਿਡ ਦੇ ਵਿੱਚ ਟ੍ਰੇਨਿੰਗ ਦੀ ਮੈਂ ਗੱਲ ਕਰਾਂ ਤਾਂ ਮੇਰੀ ਫਰਕ ਪਿਆ 2-2 3-3 ਮਹੀਨੇ ਅਸੀਂ ਘਰੇ ਵੀ ਰਹੇ ਹਾਂ, ਪਰ ਘਰੇ ਵੀ ਮੈਂ ਆਪਦਾ ਵਰਕ ਕੰਟੀਨਿਊ ਲਾਉਂਦਾ ਰਿਹਾ। ਘਰ ਦੇ ਅੱਕ ਜਾਂਦੇ ਸੀ, ਘਰ ਦੇ ਕਹਿੰਦੇ ਸੀ ਤੇਰੇ ਅੱਗੇ ਹੱਥ ਜੋੜਦੇ, ਤੂੰ ਬਹਿ ਜਾ, ਤੂੰ ਕਿਉਂ ਇੰਨਾ ਤੰਗ ਹੋਈ ਇੰਨਾ। ਮੈਂ ਕਿਹਾ ਮੰਮੀ ਜੇ ਮੈਂ ਅੱਜ ਬਹਿ ਗਿਆ ਤਾਂ ਪੰਜਾਬ ਨੂੰ ਕੌਣ ਚੱਕੂਗਾ?
ਪੰਜਾਬ ਨੂੰ ਗੇਮਾਂ ਦਾ ਨਾਮ ਪਹਿਲੇ ਨੰਬਰ ਤੇ ਕੌਣ ਲੈ ਕੇ ਆਊ? ਪੰਜਾਬ ਦੀ ਜਿਹੜੀ ਯੂਥ ਹੈ ਉਹਨੂੰ ਕੌਣ ਅੱਗੇ ਲੈ ਕੇ ਆਊ? ਪੰਜਾਬ ਨੂੰ ਨਸ਼ਾ ਮੁਕਤ ਕੌਣ ਕਰੂ? ਪੰਜਾਬ ਨੂੰ ਜਿਹੜੇ ਇਹ ਕਾਲੇ ਜਿਹੜੇ ਚਿੱਠੇ ਬੈਠੇ ਆ ਜਗ੍ਹਾ ਜਗ੍ਹਾ ਤੇ, ਇਹਨਾਂ ਨੂੰ ਚਿੱਟੇ ਕਿਵੇਂ ਕਰੂਗਾ? ਤੁਹਾਡੇ ਪੇਰੈਂਟਸ ਕੀ ਕਰਦੇ ਨੇ, ਫਾਦਰ ਕੀ ਕਰਦੇ ਨੇ, ਅਤੇ ਤੁਸੀਂ ਕਿਵੇਂ ਦੀ ਸਪੋਰਟ ਉਹਨਾਂ ਦੀ ਰਹਿੰਦੀ ਹੈ? ਦੋਵੇਂ ਚੀਜ਼ਾਂ ਦੱਸੋ, ਕੀ ਕਰਦੇ ਨੇ ਤੁਹਾਡੇ ਫਾਦਰ ਸਾਹਿਬ? ਫਾਦਰ ਮੇਰੇ ਜਿਹੜੇ ਨੇ ਦਿਹਾੜੀਦਾਰ ਬੰਦੇ ਨੇ, ਜੋ ਘਰ ਦੇ ਹਾਲਾਤ ਹੈ, ਜੋ ਸਾਡੀ ਇਨਕਮ ਰੋਜ਼ਾ ਇਨਕਮ ਆ, ਉਹੀ ਸਾਡੀ ਇਨਕਮ ਹੈ ਸਾਲ ਦੀ। ਜੋ ਫਾਈਨੈਂਸ਼ੀਅਲੀ ਕਿਵੇਂ ਚੱਲਦਾ ਤੁਹਾਡੇ? ਫਾਈਨੈਂਸ਼ੀਅਲ ਨਾਰਮਲ ਹੀ ਹੈ, ਜੇ ਘਰ ਦੇ ਵਿੱਚ ਪੈਸਾ ਆ ਰਿਹਾ ਡੇ ਟੂ ਡੇ ਤਾਂ ਘਰ ਚੱਲ ਰਿਹਾ, ਨਹੀਂ ਆ ਰਿਹਾ ਤਾਂ ਘਰ ਬੰਦਾ। ਤੇ ਘਰ ਦੇ ਕਿੰਨਾ ਸਪੋਰਟਿਵ ਨੇ? ਕਿ ਉਹ ਤੁਹਾਡੇ ਨਾਲ ਗੁੱਸੇ ਹੁੰਦੇ ਨੇ ਜਾਂ ਉਹ ਤੁਹਾਨੂੰ ਸਪੋਰਟ ਕਰ ਰਹੇ ਨੇ ਕਿ ਤੁਸੀਂ ਆ ਸਾਰੇ ਗੇੜੇ ਲਗਾ ਰਹੇ ਹੋ? ਘਰ ਦੇ ਵੀ ਹਾਰ ਚੁੱਕੇ। ਕੁਝ ਦਿਨ ਪਹਿਲਾਂ ਮੇਰੇ ਪਾਪਾ ਕੋਲੇ ਸਰੂਪਚੰਦ ਸਿੰਗਲਾ ਜੀ, ਹੁਣ ਜਦੋਂ ਵੋਟਾਂ ਦਾ ਟਾਈਮ ਆ ਗਿਆ ਉਦੋਂ ਸਾਰੇ ਨੇਤਾ ਉੱਠਣ ਲੱਗ ਗਏ। ਪਹਿਲਾਂ ਮਨਪ੍ਰੀਤ ਸਿੰਘ ਬਾਦਲ ਜੀ ਆ ਗਏ, ਫਿਰ ਸਰੂਪਚੰਦ ਸਿੰਗਲਾ ਜੀ ਆ ਗਏ, ਹੁਣ ਹਰਸਿਮਰਤ ਕੌਰ ਬਾਦਲ ਜੀ ਦਾ ਗੇੜਾ ਵੱਜਣਾ ਹੈ। ਮਤਲਬ ਇਹਨਾਂ ਦੇ ਹੁਣ ਝੂਠੇ ਲਾਰੇ ਸ਼ੁਰੂ ਹੋ ਗਏ। ਫਿਰ ਜਦੋਂ ਸਰਕਾਰ ਬਣ ਜਾਂਦੀ ਉਦੋਂ ਭੁੱਲ ਜਾਂਦੇ, ਜਦੋਂ ਵੋਟਾਂ ਦਾ ਟਾਈਮ ਆਉਂਦਾ ਉਦੋਂ ਪੈਰ ਫੜਨੇ, ਜਦੋਂ ਵੋਟਾਂ ਹੋ ਜਾਂਦੀਆਂ ਉਦੋਂ ਗੱਲ ਫੜਨੇ। ਇਹਨਾਂ ਦਾ ਸਿਸਟਮ ਹੈ। ਅੱਗੇ ਤੁਹਾਡੀ ਸਰਕਾਰ ਨੂੰ ਕੀ ਮੰਗ ਹੈ? ਮੌਜੂਦਾ ਸਰਕਾਰ ਨੂੰ ਇਹ ਮੰਗ ਹੈ ਕਿ ਜਿਹੜੀ ਮੇਰੀ ਇੰਨੀ ਮਿਹਨਤ ਹੈ, ਮੇਰੀ ਛੱਡੋ, ਪੰਜਾਬ ਦੇ ਵਿੱਚ 75,000 A ਕਲਾਸ ਸਪੋਰਟਸਮੈਨ ਹੈ, ਉਹਨਾਂ ਵੱਲ ਸਿਰਫ ਥੋੜਾ ਜਿਹਾ ਗੌਰ ਕਰੋ। ਉਹਨਾਂ ਦੀ ਜਿਹੜੀ ਬਣਦੀ ਸਹੂਲਤ ਹੈ, ਉਹਨਾਂ ਸਹੂਲਤ ਦਿੱਤੀ, ਬਣਦੀ ਜੀ ਨੌਕਰੀ ਦਿੱਤੀ ਹੋਵੇ। ਸੋ ਇਹ ਸੀ ਕੁਨਾਲ ਜਿਸਨੇ ਆਪਣਾ ਦਰਦ ਜਿਹੜਾ ਹੈ ਸਾਰਾ ਬਿਆਨ ਕੀਤਾ, ਔਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਤਰਾਜ਼ਦੀ ਹੈ ਸਾਡੇ ਸਿਸਟਮ ਦੀ, ਔਰ ਤਰਾਜ਼ਦੀ ਹੈ ਸਰਕਾਰਾਂ ਜਿਹੜੀਆਂ ਨੇ ਸਾਡੇ ਖਿਡਾਰੀਆਂ ਨੂੰ ਸਾਂਭ ਨਹੀਂ ਪਾ ਰਹੀਆਂ। ਉਹ ਖਿਡਾਰੀ ਜਿਹੜੇ ਆਪਣੀ ਧਰਤੀ ਛੱਡ ਕੇ ਬਾਹਰਲੀਆਂ ਵਿਦੇਸ਼ਾਂ ਦੇ ਵਿੱਚ ਧਰਤੀ ਤੇ ਜਾਂਦੇ ਨੇ ਅਤੇ ਕਿਤੇ ਨਾ ਕਿਤੇ ਮੁਲਕ ਦਾ, ਸੂਬੇ ਦਾ ਨਾਮ ਰੌਸ਼ਨ ਕਰਦੇ ਨੇ, ਪਰ ਜਦ ਉਹਨਾਂ ਨੂੰ ਆ ਕੇ ਉਹਨਾਂ ਦੇ ਹੱਥ ਕੁਝ ਨਹੀਂ ਲੱਗਦਾ, ਉਹਨਾਂ ਦਾ ਬਣਦਾ ਜਿਹੜਾ ਹੈ ਹੱਕ ਉਹਨਾਂ ਨੂੰ ਨਹੀਂ ਮਿਲਦਾ, ਤਾਂ ਉਹ ਕਾਫੀ ਨਾਮੋਸ਼ ਜਿਹੜੇ ਹੈ ਹੋ ਜਾਂਦੇ ਆ, ਬੜੇ ਪਰੇਸ਼ਾਨ, ਕਿਤੇ ਨਾ ਕਿਤੇ ਡੀਮੋਰਲਾਈਜ਼ ਵੀ ਹੁੰਦੇ ਨੇ ਜਦ ਉਹ ਵਾਪਸ ਆਉਂਦੇ ਨੇ। ਕਿਉਂਕਿ ਰੋਜ਼ਗਾਰ ਕਿਸੇ ਵੀ ਬੰਦੇ ਲਈ, ਸਿਰਫ ਸਪੋਰਟਸ ਪਰਸਨ ਨਹੀਂ, ਕਿਸੇ ਵੀ ਬੰਦੇ ਲਈ ਰੋਜ਼ਗਾਰ ਬਹੁਤ ਜ਼ਰੂਰੀ ਹੈ। ਲੇਕਿਨ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਜਿਹੜਾ ਹੈ ਘਰ ਰੋਜ਼ਗਾਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਔਰ 2017 ਦੇ ਮੈਨੀਫੈਸਟੋ ਤੁਸੀਂ ਚੱਕ ਲਓ, ਮੈਨੀਫੈਸਟੋ ਦੇ ਵਿੱਚ ਇਹ ਜਿਹੜਾ ਹੈ ਪੁਆਇੰਟ ਨੋਟ ਕੀਤਾ ਗਿਆ ਸੀ, ਔਰ ਸਾਰੇ ਪੰਜਾਬੀਆਂ ਦੇ ਨਾਲ ਵਾਅਦਾ ਵੀ ਸਰਕਾਰ ਵੱਲੋਂ ਕੀਤਾ ਗਿਆ ਸੀ। ਔਰ ਜਿਹੜਾ ਵਾਅਦਾ ਆਪੋਜੀਸ਼ਨ ਵਾਲੇ ਵੀ ਟਾਈਮ ਟੂ ਟਾਈਮ ਹਮੇਸ਼ਾ ਇਹ ਮੁੱਦਾ ਚੱਕਦੇ ਨੇ ਕਿ ਜਿਹੜੇ ਤੁਸੀਂ ਵਾਅਦੇ ਕੀਤੇ ਉਹ ਪੂਰੇ ਨਹੀਂ ਕੀਤੇ। ਲੇਕਿਨ ਕਿਤੇ ਨਾ ਕਿਤੇ ਇਹ ਦਰਦ ਤੇ ਆਵਾਜ਼ ਇਹ ਆਪੋਜੀਸ਼ਨ ਦੀ ਨਹੀਂ ਹੈ, ਇਹ ਇੱਕ ਆਮ ਇਨਸਾਨ ਦੀ ਹੈ ਤੇ ਇੱਕ ਖਿਡਾਰੀ ਦੀ ਹੈ। ਉਹ ਖਿਡਾਰੀ ਜਿਸ ਨੇ ਕਈ ਸਾਰੇ ਮੈਡਲ ਹਾਸਿਲ ਕੀਤੇ, ਪਰ ਹਾਸਿਲ ਕਰਨ ਤੋਂ ਬਾਅਦ ਅੱਜ ਉਹਦੀ ਸਥਿਤੀ ਇਹ ਹੈ ਕਿ ਉਸਨੂੰ ਇਦਾਂ ਲੱਗਦਾ ਹੈ ਕਿ ਜਿਹੜੇ ਸਰਟੀਫਿਕੇਟ ਉਹਦੇ ਹੱਥ ਨੇ ਉਸਨੂੰ ਕਿਤੇ ਨਾ ਕਿਤੇ ਸੇਲ ਤੇ ਲਗਾ ਦਿੱਤਾ ਜਾਏ ਤਾਂ ਬਿਹਤਰ ਹੋਊਗਾ।